सतनाम करता पुरख निरभउ निर्वैर अकाल मूरत अजूनी सैभं गुर प्रसाद तेरी कवन कवन गुण कह गावा तू साहिब गुणी निदाना तुम्हारी महिमा बरन ना सकूं। तू ठाकुर ऊच भगवाना जो हमारी बिद होती मेरे सतगुरा साबिद तुम हर जानो आपे हम रुलते फिरते कोई बात ना पूछता। गुर सत गुर संग कीरे हम थापे धन धन गुरु नानक जन केरा जित मिले चुके सब सोग संतापे। धन धन गुरु नानक जन केरा जित मिले चुके सब सोग संतापे। वाहिगुरु जी का खालसा वाहिगुरु जी की फतेह। परम सन्मानयोग सतगुरु धन धन साहिब श्री गुरु ग्रंथ साहिब महाराज जी जिन्हां दी पावन अते पवित्र हजूरी अंदर रात्रि दे दीवाना विच हाजरियां भर के गुरबाणी पढ़ सुन के सत संगत करके अपना मनुखा जीवन सफला कर रहे अति सत्कारयोग गुरु सवारे सत संगी जनों, आओ सतगुरां दी किरपा दे सदका पावन बाणी दे शब्द कीर्तन आप जी ने बड़े प्यार दे नाल श्रवण कीते ने। आओ सतगुरां दी किरपा दे सदका आप सब संगतां दे सहयोग दे नाल कोशिश कीती है जो कि 22 तरीक नूं चौथे पातशाह धन धन साहिब श्री गुरु रामदास महाराज जी का अवतार पुरब आ रहा है। कोशिश करांगे सतगुरां दे पावन जीवन दीयां अमोलक विचारां आपां सारे जने मिल के सांझ पा सकीए। रमता विच बेनती करदिआं धन गुरु रामदास महाराज जी का पावन जीवन जिहड़ा है जो
ਬਚਪਨ ਦਾ ਸਮਾਂ ਬਤੀਤ ਹੋਇਆ, ਉਹ ਇੱਦਾਂ ਕਹਿ ਲਈਏ ਕਿ ਦੁਨੀਆ ਦੇ ਅੱਤ ਦੇ ਭਾਰੀ ਦੁੱਖ ਜਿਹੜੇ ਸਨ ਉਹ ਜੀਵਨ ਦੇ ਵਿੱਚ ਆਏ। ਉਹਨਾਂ ਦੁੱਖਾਂ ਦੇ ਵਿੱਚੋਂ ਵਿਚਰਦਿਆਂ ਇੱਕ ਦਿਨ ਅਕਾਲ ਪੁਰਖ ਪ੍ਰਭੂ ਜੀ ਦੀ ਐਸੀ ਰਹਿਮਤ ਹੋ ਗਈ ਕਿ ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਦੇ ਉੱਤੇ ਸੁਭਾਈਮਾਨ ਹੋ ਗਏ। ਜਦੋਂ ਆਪਾਂ ਪਹਿਲਾਂ ਵਾਲਾ ਉਹਨਾਂ ਦਾ ਜੀਵਨ ਵਿਚਾਰਦੇ ਹਾਂ, ਉਹ ਜੀਵਨ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਕਿਸੇ ਦੁਨੀਆ ਦੇ ਆਮ ਮਨੁੱਖ ਦਾ ਜੀਵਨ ਜਿਹੜਾ ਉਹ ਵੀ ਨਹੀਂ ਇਸ ਤਰ੍ਹਾਂ ਦਾ ਹੋ ਸਕਦਾ। ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਪੜ੍ਹਦੇ ਹੋ, ਜਪਜੀ ਸਾਹਿਬ ਜੀ ਦੇ ਵਿੱਚ ਸਰਮਖੰਡ ਕੀ ਬਾਣੀ ਜੋਰ ਤੇ ਰੂਪ, ਜਿੱਥੇ ਘਾੜਤ ਘੜੀ ਹੈ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਹੁਣ ਇਹ ਜਿੰਨੀਆਂ ਚੀਜ਼ਾਂ ਘੜਨ ਵਾਸਤੇ ਦੱਸੀਆਂ ਗਈਆਂ, ਬਾਹਰੀ ਤੌਰ ਤੇ ਇਹਨਾਂ ਦੇ ਵਿੱਚੋਂ ਕੁਝ ਵੀ ਦਿਖਾਈ ਨਹੀਂ ਦਿੰਦਾ, ਪਰ ਜਦੋਂ ਗੁਰੂ ਰਹਿਮਤ ਕਰਦਾ ਹੈ, ਗੁਰੂ ਰਹਿਮਤ ਕਰਕੇ ਇਹਨਾਂ ਚੀਜ਼ਾਂ ਨੂੰ ਘੜਦਾ ਹੈ। ਮਨੁੱਖ ਦੀ ਅਕਲ ਘੜਦਾ ਹੈ, ਮਨੁੱਖ ਦੀ ਸੁਰਤ ਨੂੰ ਘੜ ਦਿੰਦਾ ਹੈ, ਮਨੁੱਖ ਦੇ ਮਨ ਨੂੰ ਘੜ ਦਿੰਦਾ ਹੈ। ਤੇ ਜਿਹੜਾ ਮਨੁੱਖ ਕਢਵਾ ਲੈਂਦਾ, ਜਦੋਂ ਕਢਵਾਏ ਉਦੋਂ ਦਰਦ ਤਾਂ ਬੜੀ ਹੁੰਦੀ ਏ, ਪਰ ਜਿਹੜਾ ਮਨੁੱਖ ਕਢਵਾ ਲਵੇ ਫਿਰ ਸਤਿਗੁਰਾਂ ਦੇ ਬਚਨ ਪੜ੍ਹਦੇ ਹੋ, ਨਾਨਕ ਪਾਤਸ਼ਾਹੀ ਪਾਤਸ਼ਾਹ, ਉਹਨਾਂ ਨੂੰ ਪਾਤਸ਼ਾਹੀਆਂ ਬਖਸ਼ਿਸ਼ ਕਰ ਦਿੰਦਾ ਸਤਿਗੁਰੂ। ਕੱਲ ਵੀ ਥੋੜਾ ਜਿਹਾ ਸਮਾਂ ਆਪਾਂ ਸਤਿਗੁਰਾਂ ਦੇ ਪਾਵਨ ਜੀਵਨ ਦੀਆਂ ਵਿਚਾਰਾਂ ਦੀ ਸਾਂਝ ਪਾਈ ਸੀ, ਪਰ ਅੱਜ ਮੈਂ ਆਰੰਭ ਤੋਂ ਲੈ ਕੇ ਹੀ ਆਪ ਜੀ ਦੇ ਨਾਲ ਬੇਨਤੀ ਕਰਾਂਗਾ, ਵਿਚਾਰਾਂ ਸਾਂਝੀਆਂ ਕਰਾਂਗਾ, ਕਿਉਂਕਿ ਅੱਜ ਤੋਂ ਲੈ ਕੇ ਜਿਹੜੀ ਆਪਾਂ ਲੜੀ ਪ੍ਰਾਰੰਭ ਕਰਨੀ ਹੈ, ਉਹਦਾ ਇੱਕ ਇੱਕ ਪਲ ਜਿਹੜਾ ਉਹ ਬਹੁਤ ਹੀ ਵਿਚਾਰਨਯੋਗ ਹੈ। ਜੇ ਕਿਤੇ ਆਪਾਂ ਟਿਕਾ ਦੇ ਵਿੱਚ ਬੈਠ ਕੇ ਸਤਿਗੁਰਾਂ ਦੇ ਪਾਵਨ ਜੀਵਨ ਨੂੰ ਵਿਚਾਰ ਲਈਏ ਤੇ ਸਾਡੇ ਜੀਵਨ ਦੇ ਵਿੱਚ ਬਹੁਤ ਵੱਡੀ ਤਬਦੀਲੀ ਆ ਸਕਦੀ ਹੈ। ਸਾਡਾ ਜੀਵਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਚੱਲ ਸਕਦਾ ਹੈ। ਸੋ ਖੈਰ ਬੇਨਤੀ ਕਰਾਂ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਜੀਵਨ ਦਾ ਜਿਹੜਾ ਪਿਛੋਕੜ ਹੈ, ਭਲੀ ਭਾਂਤ ਜਾਣਦੇ ਹੋ, ਚੂਨਾ ਮੰਡੀ ਲਾਹੌਰ ਵਿਖੇ ਇੱਕ ਬਹੁਤ ਹੀ ਸਾਦਗੀ ਜਿਹੀ ਵਾਲਾ ਪਰਿਵਾਰ ਹੈ। ਬਿਲਕੁਲ ਸਾਦਾ ਜਿਹਾ ਜੀਵਨ ਦੁਨੀਆ ਦੇ ਅੰਦਰ ਰਹਿੰਦਿਆਂ ਬਤੀਤ ਕਰ ਰਹੇ ਨੇ, ਤੇ ਘਰ ਦੇ ਵਿੱਚ ਸਭ ਤੋਂ ਵੱਡੇ ਬਜ਼ੁਰਗ ਦਾ ਨਾਮ ਹੈ ਬਾਬਾ ਗੁਰਦਿਆਲ ਜੀ। ਬਾਬਾ ਗੁਰਦਿਆਲ ਜੀ ਦੇ ਘਰ ਦੇ ਵਿੱਚ ਇੱਕ ਪੁੱਤਰ ਹੈ, ਉਹਨਾਂ ਦਾ ਨਾਮ ਹੈ ਬਾਬਾ ਠਾਕੁਰ ਦਾਸ ਜੀ। ਬਾਬਾ ਠਾਕੁਰ ਦਾਸ ਜੀ ਦੇ ਘਰ ਦੇ ਵਿੱਚ ਇੱਕ ਪੁੱਤਰ ਦਾ ਨਾਮ ਹੈ ਭਾਈ ਹਰਦਾਸ ਜੀ, ਤੇ ਭਾਈ ਹਰਦਾਸ ਜੀ ਦੇ ਘਰ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਇਹ ਸਤਿਗੁਰਾਂ ਦੇ ਪਾਵਨ ਜੀਵਨ ਦਾ ਪਿਛੋਕੜ ਹੈ। ਬੜੀ ਸਾਦਗੀ ਵਾਲਾ ਜਿਹੜਾ ਪਿੱਛੋਂ ਚੱਲਦਾ ਆ ਰਿਹਾ, ਜਿਹੜੀ ਲੜੀ ਚੱਲਦੀ ਆ ਰਹੀ ਹੈ, ਬੜਾ ਸਾਦਗੀ ਜੀ ਵਾਲੇ ਜੀਵਨ ਵਾਲਾ ਪਰਿਵਾਰ ਹੈ। ਫਿਰ ਬੇਨਤੀ ਕਰਾਂ, ਗੁਰੂ ਰਾਮਦਾਸ ਮਹਾਰਾਜ ਜੀ ਦਾ ਪਹਿਲਾ ਨਾਮ ਹੈ ਭਾਈ ਜੇਠਾ ਜੀ। ਉਹ ਕਿਉਂ ਰੱਖਿਆ, ਉਹ ਵੀ ਆਪਾਂ ਹੁਣੇ ਵਿਚਾਰ ਸਾਂਝੀ ਕਰਨੀ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦਾ ਪਹਿਲਾ ਨਾਮ ਭਾਈ ਜੇਠਾ ਜੀ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਤਾ ਦਾ ਨਾਮ ਭਾਈ ਹਰਦਾਸ ਜੀ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦੇ ਦਾਦਾ ਜੀ ਦਾ ਨਾਮ ਬਾਬਾ ਠਾਕੁਰ ਦਾਸ ਜੀ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦੇ ਪੜਦਾਦਾ ਜੀ ਦਾ ਨਾਮ ਬਾਬਾ ਗੁਰਦਿਆਲ ਜੀ ਹੈ। ਸਮਾਂ ਬਤੀਤ ਹੋਇਆ, ਬਾਬਾ ਠਾਕੁਰ ਦਾਸ ਜੀ ਦੇ ਘਰ ਦੇ ਵਿੱਚ ਜਦੋਂ ਇੱਕ ਬੱਚੇ ਦਾ ਪ੍ਰਕਾਸ਼ ਹੋਇਆ ਤੇ ਉਹਦਾ ਨਾਮ ਹਰਦਾਸ ਜੀ ਰੱਖਿਆ ਗਿਆ।
समय के मुताबिक आनंद विवाह होए। बीबी दया कौर जी के नाल भाई हरदास जी का शुभ आनंद विवाह होंदा है। अकाल पुरख की रहमत हुई, बख्शिश हुई 1534 दे विच भाई हरदास जी के घर माता दया कौर जी की कुखों एक बच्चे का प्रकाश होता है। एक बेनती होर करा, जिहड़ा कौर शब्द है ना, वो बहुत पुराना शब्द है। धन गुरु गोबिंद सिंह महाराज जी ने साडे वास्ते जिहड़ा कौर शब्द है वो लाजमी कीता है, जरूर कीता है कि बच्चियां दे बीबियां दे नाम दे पिछे कौर हर तरह करके लगाना नहीं। तो कौर शब्द जिहड़ा वो बहुत पुराना है, बड़े पुरातन समय तो चलता आ रहा है, जिहदा अर्थ बनता है शहजादी। बीबी दया कौर जी की कुखों एक बच्चे का प्रकाश हुंदा है 1534 दे विच। उस बच्चे का नाम रखा जाता है जेठा। भली भात जानते हो कि जिहड़ा पहला समा सी, उस समय के मुताबिक नाम रखे जाते सी कि घर दे विच जे वड्डा पुत्र है तो वड्डा पुत्र होने के नाते नाम जिहड़ा सी वो जेठा रखा गया। समय के प्रभाव के मुताबिक पहले समय जिहड़े सन बड़ी सादगी जी वाले, तुसी पिछले नाम पढ़ के देखियो, हर एक नाम का कोई ना कोई मतलब निकलता, बड़े 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 नाम। ते समय के प्रभाव के मुताबिक नाम रखे जाते सी। हुण जेठे का अर्थ है वड्डा, घर दे विच वड्डा पुत्र होने के नाते नाम रखा गया जेठा। सतगुरां ने पावन बाणी के अंदर भी शब्द वरत्या, हर जेठ डुडंदा लोड़ी है जिस अगे सब निवन। इत्थे भी जेठ का अर्थ है वड्डा, जिहड़ा सब तो वड्डा अकाल पुरख प्रभु परमात्मा है, उस रब जी के अगे सारे न्याउंदे ने, सब नूं उहदे चरनां दे विच न्याउणा पैंदा, क्योंकि वह बहुत वड्डा है। घर दे विच वड्डा पुत्र होने के नाते नाम रखा गया जेठा। एक होर बेनती करा, कल भी बेनती की सी कि अज दे समय दे विच कई थावां दे उत्ते इस तरीके नाल विचारिया जा रहा है कि गुरु रामदास महाराज जी दे एक भैन ते एक भरा होर भी सी। पर जदों आपां समय नूं विचारदे हां ना, ते समय दी विचार सानूं असलीयत दसदी है कि 2 साल की उम्र दे विच माता दया कौर जी अकाल चलाना कर जाते हैं। तो फिर दूजे पासे आप पढ़ते हैं कि जेठा नाम जिहड़ा सी वो तां रखा गया क्योंकि घर दे विच सब तो वड्डे ने। 2 साल की उम्र दे विच माता चलाना कर जाते हैं, पर पता नहीं किहड़े तरीके दे नाल अज जिहड़ा ये मिलावट की जा रही है कि गुरु रामदास महाराज जी के एक भरा ते एक भैन होर भी है। जदों कि समय नूं विचारीए तो कोई ऐसी विचार जिहड़ी है वो सामने नहीं आउंदी। अक्सर जदों साडे घर दे विच खास करके जदों पहला बच्चा हुंदा है, भावें वो धी होवे ते भावें वो पुत्र होवे, माता पिता बड़ा प्यार करते हैं। घर दे विच दादी दादा होण बहुत प्यार करते हैं। सारा परिवार जिन्ने घर दे विच परिवार दे मैंबर होण वो सारे उस बच्चे नूं प्यार करते हैं, क्योंकि जिहड़ा घर दे विच पहला बच्चा होया लंबा समा बतीत हो जाता है। एक पिता के घर दे विच बच्चा पैदा होया, फिर बच्चा जवान होया, जवान होने तो बाद किते आनंद विवाह होया, ते फिर लंबे समय तो घर दे विच छोटा बच्चा आया, उन्होंने सारे ही बहुत प्यार करते हैं। माता पिता जिहड़ा अपने धी जां अपने पुत्र नूं प्यार करते हैं ते बचपन दे विच ही लोरियां देनियां आपां शुरू कर दिंदे आ कि मैं अपनी धी नूं अपने पुत्र नूं मैं इदां दा बना देना, मैं एडा वड्डा बना देना है, मैं अपने पुत्र नूं एडी उच्चियां बुलंदियां ते पहुंचा देना है। इसे तरह दियां लोरियां माता दया कौर जी बाबा जेठा जी नूं दे रहे हैं। सत्कार वजों कल भी बेनती की, सत्कार वजों आप भाई जां बाबा जेठा लाने, नाम कला जेठा है।
ਬੜੀਆਂ ਲੋਰੀਆਂ ਦਿੱਤੀਆਂ। 2 ਸਾਲ ਦੇ ਤੱਕ ਜਿੰਨੀ ਪ੍ਰੀਤ ਕਰ ਸਕਦੇ ਸੀ ਮਾਤਾ ਦਇਆ ਕੌਰ ਦੀ ਪ੍ਰੀਤ ਕੀਤੀ, ਤੇ ਬੱਚੇ ਨੂੰ ਲੋਰੀਆਂ ਇਸ ਤਰ੍ਹਾਂ ਦੀਆਂ ਦਿੱਤੀਆਂ ਗਈਆਂ, ਪੁੱਤਵੇ ਮੈਂ ਤੇਰਾ ਨਾਮ ਕੱਲਾ ਜੇਠਾ ਹੀ ਨਹੀਂ ਰੱਖਿਆ, ਮੈਂ ਜੇਠਾ ਨਾਮ ਇਸ ਕਰਕੇ ਰੱਖਿਆ, ਮੈਂ ਤੈਨੂੰ ਬਹੁਤ ਵੱਡਾ ਬਣਾਉਣਾ ਚਾਹੁੰਦੀ ਹਾਂ, ਮੈਂ ਤੈਨੂੰ ਬਹੁਤ ਵੱਡਾ ਬਣਾਉਣਾ ਚਾਹੁੰਦੀ ਹਾਂ, ਇੰਨਾ ਵੱਡਾ ਬਣਾਉਣਾ ਚਾਹੁੰਦੀ ਹਾਂ ਕਿ ਦੁਨੀਆ ਦੇ ਵੱਡੇ ਵੱਡੇ ਸ਼ਾਹ ਬਾਦਸ਼ਾਹ ਵੀ ਆ ਕੇ ਤੇਰੇ ਚਰਨਾਂ ਦੇ ਵਿੱਚ ਝੁਕਿਆ ਕਰਨਗੇ। ਮੈਂ ਤੈਨੂੰ ਇੰਨਾ ਵੱਡਾ ਬਣਾਉਣਾ ਚਾਹੁੰਦੀ ਹਾਂ ਕਿ ਸਾਰੀ ਦੁਨੀਆ ਆ ਕੇ ਤੇਰੇ ਚਰਨਾਂ ਦੇ ਵਿੱਚ ਝੁਕ ਜਾਵੇ। ਇਸ ਤਰ੍ਹਾਂ ਦੀਆਂ ਲੋਰੀਆਂ ਦੇਦਿਆਂ ਦੇਦਿਆਂ 2 ਸਾਲ ਦਾ ਸਮਾਂ ਬਤੀਤ ਹੋਇਆ। ਅਚਾਨਕ ਇੱਕ ਦਿਨ ਐਸਾ ਆਇਆ, ਘਰ ਦੇ ਵਿੱਚ ਭੀੜ ਲੱਗੀ ਏ, ਆਂਢੀ ਗੁਆਂਢੀ ਨਗਰ ਦੇ ਲੋਕ ਸਾਰੇ ਘਰ ਦੇ ਵਿੱਚ ਇਕੱਤਰ ਹੋਏ। ਬਾਬਾ ਜੇਠਾ ਜੀ ਬਾਹਰੋਂ ਆਏ ਨੇ ਤੇ ਘਰ ਦੇ ਵਿੱਚ ਆ ਕੇ ਦੇਖਿਆ ਬਹੁਤ ਜ਼ਿਆਦਾ ਭੀੜ ਲੱਗੀ ਹੋਈ ਏ। ਭੀੜ ਦੇ ਵਿੱਚੋਂ ਦੀ ਲੰਘਦਿਆਂ ਉਸ ਥਾਂ ਦੇ ਉੱਤੇ ਜਾ ਕੇ ਪਹੁੰਚੇ ਨੇ ਜਿੱਥੇ ਇੱਕ ਸਰੀਰ ਨੂੰ ਲਟਾਇਆ ਪਿਆ ਤੇ ਉਸ ਸਰੀਰ ਦੇ ਉੱਤੇ ਕੱਪੜਾ ਦਿੱਤਾ ਹੋਇਆ। ਕੱਲ ਵੀ ਇੱਕ ਬੇਨਤੀ ਕੀਤੀ ਸੀ, ਕਿਉਂਕਿ ਸਵਾਲ ਬੜੇ ਖੜੇ ਹੁੰਦੇ ਨੇ ਸਾਡੇ ਮਨ ਦੇ ਵਿੱਚ, ਜੇ ਮਨ ਕਿਤੇ ਗੁਰੂ ਦਾ ਆਧਾਰ ਨਹੀਂ ਹੋ ਜਾਏ, ਗੁਰੂ ਦੀ ਵਿਚਾਰ ਦਾ ਆਧਾਰ ਨਹੀਂ ਹੋ ਜਾਏ, ਤੇ ਸਮਝ ਲੱਗ ਸਕਦੀ ਹੈ ਕਿ ਗੁਰੂ ਰਾਮਦਾਸ ਮਹਾਰਾਜ ਜੀ ਭਾਵੇਂ ਉਹਨਾਂ ਨੂੰ ਗੁਰਤਾ ਗੱਦੀ ਜਿਹੜੀ ਸੀ ਉਹ ਸਮਾਂ ਪਾਉਣ ਤੇ ਮਿਲੀ, ਸਮਾਂ ਪਾਉਣ ਤੇ ਗੁਰੂ ਬਣੇ, ਪਰ ਅਸਲ ਦੇ ਵਿੱਚ ਜਿਹੜੀ ਸ਼ੋਅ ਸੀ ਉਹ ਪਹਿਲੇ ਦਿਨ ਤੋਂ ਹੀ ਲੱਗ ਜਾਂਦੀ ਹੈ ਕਿਸ ਤਰ੍ਹਾਂ ਦਾ ਜੀਵਨ ਬਣਨਾ ਹੈ। ਉਮਰ ਭਾਵੇਂ 2 ਸਾਲ ਦੀ ਏ, ਅੱਜ ਆ ਕੇ ਜਦੋਂ ਦੇਖਿਆ ਇੱਕ ਸਰੀਰ ਲੇਟਿਆ ਪਿਆ, ਉਹਦੇ ਉੱਤੇ ਕੱਪੜਾ ਦਿੱਤਾ ਹੈ, ਇਸ ਤਰ੍ਹਾਂ ਦੀ ਅਵਸਥਾ ਅਜੇ ਤੱਕ ਆਪਣੇ ਜੀਵਨ ਦੇ ਵਿੱਚ ਦੇਖੀ ਨਹੀਂ। ਤੇ ਪੁੱਛਿਆ ਇਹ ਕੌਣ ਹੈ, ਤੇ ਸਾਰਿਆਂ ਨੇ ਅੱਗੋਂ ਜਵਾਬ ਦਿੱਤਾ ਕਿ ਇਹ ਮਾਂ ਹੈ। ਜੇਠਿਆ ਤੇਰੀ ਮਾਂ ਅੱਜ ਤੈਨੂੰ ਛੱਡ ਕੇ ਚਲੀ ਗਈ ਏ। ਹੋ ਸਕਦਾ ਇੰਨੀ ਅਵਸਥਾ ਦੇ ਵਿੱਚ ਨਾ ਪਤਾ ਹੋਵੇ ਮਾਂ ਕਿੱਥੇ ਜਾ ਸਕਦੀ ਏ, ਮਾਂ ਤੇ ਇੱਥੇ ਸੁੱਤੀ ਪਈ ਏ, ਮਾਂ ਲੇਟੀ ਪਈ ਏ। ਕਹਿਣ ਲੱਗੇ ਨਹੀਂ ਜੇਠਿਆ, ਤੇਰੀ ਮਾਂ ਇਸ ਸਥਾਨ ਦੇ ਉੱਤੇ ਚਲੀ ਗਈ ਏ ਜਿੱਥੋਂ ਕਦੇ ਕੋਈ ਪਰਤ ਕੇ ਵਾਪਸ ਨਹੀਂ ਆਉਂਦਾ। ਜੇਠਿਆ ਤੇਰੀ ਮਾਂ ਅੱਜ ਤੈਨੂੰ ਛੱਡ ਕੇ ਇਸ ਦੁਨੀਆ ਦੇ ਵਿੱਚੋਂ ਚਲੀ ਗਈ ਏ। ਸਮਝ ਲੱਗੀ ਕਿ ਹਾਂ ਮਾਂ ਇਦਾਂ ਕਿੱਦਾਂ ਕਰ ਸਕਦੀ ਹੈ। ਮਾਂ ਨੇ ਤਾਂ ਮੇਰੇ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ। ਮਾਂ ਕਹਿੰਦੀ ਸੀ ਜੇਠਿਆ ਮੈਂ ਤੇਰਾ ਨਾਮ ਹੀ ਜੇਠਾ ਨਹੀਂ ਰੱਖਿਆ, ਮੈਂ ਤੈਨੂੰ ਬਹੁਤ ਵੱਡਾ ਬਣਾਉਣਾ ਚਾਹੁੰਦੀ ਹਾਂ। ਮਾਂ ਕਹਿੰਦੀ ਸੀ ਮੈਂ ਤੈਨੂੰ ਬਹੁਤ ਉੱਚੀਆਂ ਬੁਲੰਦੀਆਂ ਨੂੰ ਛੋਹਦਿਆਂ ਹੋਇਆ ਦੇਖਣਾ ਚਾਹੁੰਦੀ ਹਾਂ। ਮਾਂ ਇਦਾਂ ਕਿੱਦਾਂ ਕਰ ਸਕਦੀ ਹੈ, ਮਾਂ ਕਿਵੇਂ ਮੈਨੂੰ ਛੱਡ ਕੇ ਜਾ ਸਕਦੀ ਹੈ। ਇਹ ਤੇ ਜਿਹੜੀ ਘਟਨਾ ਵਾਪਰੀ ਉਹ ਤੇ ਹੈ ਹੀ ਵੱਖਰੀ ਸੀ। ਤੁਸੀਂ ਅੱਜ ਦੇਖਿਓ ਆਪਾਂ ਸਾਰੇ ਪਰਿਵਾਰਾਂ ਵਾਲੇ ਬੈਠੇ ਆ, ਕਿਤੇ ਮਾਤਾ ਪਿਤਾ ਨੇ ਅਜੇ ਪਿਤਾ ਦੇ ਨਾਲੋਂ ਮਾਂ ਦੇ ਨਾਲ ਜ਼ਿਆਦਾ ਪ੍ਰੀਤ ਹੁੰਦੀ ਹੈ ਬੱਚੇ ਦੀ। ਕਿਤੇ ਮਾਂ ਨੇ ਕੁਝ ਸਮੇਂ ਵਾਸਤੇ ਵੀ ਜਾਣਾ ਹੋਵੇ ਤੇ ਬੱਚਾ ਜਿੱਦ ਕਰਦਾ ਕਿ ਨਹੀਂ ਮੈਂ ਤੇ ਮਾਂ ਦੇ ਨਾਲ ਹੀ ਜਾਣਾ, ਪਰ ਉਹ ਤੇ ਅਵਸਥਾ ਹੀ ਅੱਜ ਦੂਜੀ ਸੀ ਕਿ ਮਾਂ ਏਦਾਂ ਦੇ ਸਥਾਨ ਤੇ ਪਹੁੰਚ ਗਈ ਸੀ ਕਿ ਜਿੱਥੋਂ ਕਦੇ ਪਰਤ ਕੇ ਵਾਪਸ ਆਇਆ ਹੀ ਨਹੀਂ ਜਾਣਾ। ਭੁੱਬਾਂ ਨਿਕਲੀਆਂ, ਧਾਹਾਂ ਮਾਰੀਆਂ, ਮਾਂ ਇਦਾਂ ਕਿੱਦਾਂ ਕਰ ਸਕਦੀ ਏ। ਮਾਂ ਨੇ ਤਾਂ ਮੈਨੂੰ ਦੇਖਣਾ ਸੀ, ਵੱਡਾ ਬਣਦਿਆਂ ਉਹਨੇ ਮੈਨੂੰ ਬਹੁਤ ਵੱਡਾ ਬਣਾਉਣਾ ਸੀ, ਪਰ ਭਾਣਾ ਵਰਤ ਚੁੱਕਿਆ ਸੀ। ਪਿਤਾ ਹਰਦਾਸ ਨੇ ਆ ਕੇ ਗਲਵੱਕੜੀ ਵਿੱਚ ਲਿਆ, ਆਪਣੇ ਲਾਡਲੇ ਨੂੰ ਪਿਆਰ ਦਿੱਤਾ, ਗਲਵੱਕੜੀ ਵਿੱਚ ਲੈ ਕੇ ਕਿਹਾ ਪੁੱਤ ਵੇ ਕੋਈ ਗੱਲ ਨਹੀਂ, ਜੇ ਤੇਰੀ ਮਾਂ ਤੇਰੇ ਨਾਲ ਵਾਅਦੇ ਕਰਦੀ ਸੀ, ਤੇਰੀ ਮਾਂ ਦੇ ਕੀਤੇ ਹੋਏ ਵਾਅਦਿਆਂ ਨੂੰ ਮੈਂ ਵੇਖ ਤੇਰਾ ਪਿਤਾ ਹੈ ਵਾ ਨਾ, ਮੈਂ ਉਹਦੇ ਵਾਅਦਿਆਂ ਨੂੰ ਪੂਰਾ ਕਰਾਂਗਾ। ਜੋ ਤੇਰੀ ਮਾਂ ਸੋਚਦੀ ਸੀ ਮੈਂ ਤੈਨੂੰ ਬਹੁਤ ਵੱਡਾ ਬਣਾਉਣਾ ਹੈ, ਮੈਂ ਤੈਨੂੰ ਬਹੁਤ ਵੱਡਾ ਬਣਾਵਾਂਗਾ।
मैं तेनू उच्चियां बुलंदियां ते पहुंचावांगा, जो तेरी मां कहंदी सी ओ मैं करके दिखावांगा। गल वकड़ी दे विच लिया। माता दया कौर जी दा अंतिम संस्कार होया। उस समय दियां रस्मां दे मुताबक क्रियाकर्म जो भी किया जाता सी वो होया। सारे सज्जन मित्र रिश्तेदार घर दे विच आए। कुछ दिनों के बाद अपने अपने घरां दे विच परत गए। हुण पिता हरदास जी बहुत बड़ियां कुर्बानियां हुंदियां ने ऐसे जीवां दियां। सतगुरां दी पावन बाणी का भी ये वचन है कि वो माता पिता भी धनता दे योग ने जेड़े ऐसे गुरमुखां नूं जन्म दिंदे ने। हुण अपने पुत्र नूं मां वाली प्रीत भी ते पिता वाली भी प्रीत भाई हरदास जी दे रहे ने। कई बारी हुंदा है समा जेड़ा है वो मनुख दे जख्म भर दिंदा है। पिता हरदास की दुकानदारी है। सवेरे उठ के घर दे सारे काम काज करके अपने बच्चे नूं दो प्रशादे तैयार करके छका जाने। आप सारा दिन कीर्त ते चले जाना। शाम नूं घर दे विच वापस परतना। घर विच आके फिर अपने बच्चे नूं वो लाड प्यार दे के गल वकड़ी विच लैना ते लंगर प्रशादा छका के ते गल वकड़ी दे विच लैके पिता बड़े ही चाह दे नाल इदां कह लईए अपने बच्चे की प्रतिपालना कर रहे ने। समा बतीत हुंदियां हुंदियां तकरीबन माता दया कौर जी के पिछों 5 कुछ साल का समा जिहड़ा वो बतीत हो गया। जिहड़ी उम्र सी भाई जेठा जी की वो भी तकरीबन हुण 7 कुछ साल की जिहड़ी है वो हो रही है। 7 कुछ साल की उम्र होई ते मन में सोचना शुरू किया कि क्यों ना होवे कि पिता मेरा कल्ला घर दे काम भी करदा है, बाद में दुकान ते जाके भी सारे कर्म करने होंदे ने। हुण मैं थोड़ा वड्डा हो गया। हुण देखिए जो बच्चा 5-7 साल का हो जाता ना तो फिर बच्चा अपने आप में सोचन लग जाता। कई बार कहना शुरू कर देता है कि हुण मैं वड्डा हो गया, हुण मैं आ भी काम कर सकदा। मन में वियोत बनाई हुण मैं भी वड्डा हो गया, हुण मैं भी पिता के कामां दे नाल थोड़ा बहुता हाथ वटाया करा, पिता की थोड़ी जी सहायता करिया करा काम दे विच। एक दिन आया, अज पिता तो पहला अमृत वेले उठ गए। जदों पिता उठते सी उन्हां तो पहला उठ गए ते सोचिया अज मैं घर दे काम काज करके ते पिता नूं बाद विच जगाना है। पिता इन्ने खुश होणगे, मैनूं पहला तो भी ज़्यादा प्यार देणगे कि मैं अज उन्हां तो पहला उठ के घर दे काम कर लेने। सारे घर दे काम मुका के पिता नूं आवाज़ मारी, कहन लगे पिता जी आ देखो अज मैं तुहाडे तो पहला ही सारे घर दे काम जिहड़े ने वो कर दिते ने, तुसी उठ के देखो। पिता की कोई आवाज़ नहीं आई। थोड़े जे गांह होके होर आवाज़ मारी, पिता जी तुसी मैनू एक आवाज़ मार दिओ, मैं उस वेले उठ के बह जाना वा। पिता जी अज मैं कितनियां आवाज़ां मार दित्तियां, तुसी उठ नहीं रहे। पर अज फिर एक भाना वरत चुकिया सी। पिता उत्थे होवे तां बोले, उत्थे तां केवल ये 5 भूतक शरीर रह गया। अज ये दूजी वारी भाना वरत गया कि पिता भी अकाल चलाना कर गए। पिता नूं आवाज़ां मारियां कई बार, पिता जी उठ के देखो अज मैं सारे काम नबेड़ दिते ने। फिर गांह होके आवाज़ मारी, पिता जी मेरे कोलों कोई गलती हो गई है जेड़ा इन्नियां आवाज़ां मारन दे बाद भी तुसी नहीं उठे। सोचिया हो सकता है मेरे कोलों कोई भुल हो गई होवे, मेरे कोलों कोई गलती हो गई होवे। पिता नूं जाके गल वकड़ी पा लैना वा, पिता दा मुख चुमदा वा। पिता मैनू पहला तो भी ज़्यादा प्रीत करनगे जदों पता लग्या मैं घर दे सारे काम नबेड़ दिते ने। पर जदों जाके मूँह तो पल्ला लाया
ਉਹੀ ਅਵਸਥਾ 5 ਸਾਲ ਵਾਲੀ ਪਹਿਲਾਂ ਦੀ ਅੱਖਾਂ ਦੇ ਸਾਹਮਣੇ ਆ ਗਈ, ਜਿਹੜੀ ਅਵਸਥਾ ਦੇ ਵਿੱਚ ਉਸ ਦਿਨ ਮਾਤਾ ਦਇਆ ਕੌਰ ਨੂੰ ਦੇਖਿਆ ਸੀ, ਉਹ ਅਵਸਥਾ ਦੇ ਵਿੱਚ ਅੱਜ ਪਿਤਾ ਹਰਦਾਸ ਜੀ ਵੀ ਪਹੁੰਚ ਚੁੱਕੇ ਨੇ। ਭੁੱਬਾਂ ਮਾਰੀਆਂ, ਆਂਢ ਗੁਆਂਢ ਦੇ ਲੋਕ, ਨਗਰ ਦੇ ਲੋਕ ਇਕੱਤਰ ਹੋਏ, ਘਰ ਦੇ ਵਿੱਚ ਆਏ, ਦੇਖਿਆ ਭਾਣਾ ਵਰਤ ਚੁੱਕਿਆ ਸੀ। ਸਾਰੇ ਰਿਸ਼ਤੇਦਾਰ ਸਾਕ ਸੰਬੰਧੀ ਇਕੱਤਰ ਹੋਏ। ਪਿਤਾ ਹਰਦਾਸ ਦੇ ਚਰਨਾਂ ਵਿੱਚ ਵਾਰ-ਵਾਰ ਜਾ ਕੇ ਭਾਈ ਜੇਠਾ ਬੇਨਤੀਆਂ ਕਰਦੇ ਨੇ, ਪਿਤਾ ਜੀ ਮਾਂ ਛੱਡ ਕੇ ਗਈ ਸੀ, ਤੁਸੀਂ ਵਾਅਦਾ ਕੀਤਾ ਸੀ ਮੇਰੇ ਨਾਲ ਕਿ ਜਿਹੜੇ ਤੇਰੇ ਮਾਂ ਨੇ ਤੇਰੇ ਨਾਲ ਵਾਅਦੇ ਕੀਤੇ ਹੋਏ ਨੇ, ਉਹਨਾਂ ਵਾਅਦਿਆਂ ਨੂੰ ਜੇਠਿਆ ਮੈਂ ਪੂਰਾ ਕਰਾਂਗਾ। ਪਿਤਾ ਮਾਤਾ ਗਈ ਸੀ, ਮੇਰੀ ਬਾਂਹ ਤੇਰੇ ਹੱਥ ਵਿੱਚ ਫੜਾ ਕੇ ਚਲੀ ਗਈ ਸੀ, ਪਰ ਪਿਤਾ ਮੈਨੂੰ ਅੱਜ ਦੱਸ ਮੈਨੂੰ ਤੂੰ ਮੇਰੀ ਬਾਂਹ ਕਿਹਦੇ ਹੱਥ ਵਿੱਚ ਫੜਾ ਕੇ ਗਿਆ? ਮਨੁੱਖ ਦੀ ਜ਼ਿੰਦਗੀ ਦੇ ਵਿੱਚ ਜਦੋਂ ਬਚਪਨ ਦੀ ਅਵਸਥਾ ਹੁੰਦੀ ਹੈ ਨਾ, ਬਾਣੀ ਵਿੱਚ ਵੀ ਸਤਿਗੁਰਾਂ ਨੇ ਬੜੀਆਂ ਥਾਵਾਂ ਤੇ ਬਖਸ਼ਿਸ਼ ਕੀਤੀ ਹੈ ਕਿ ਬੱਚੇ ਦੇ ਦੋ ਹੀ ਸਹਾਰੇ ਨੇ, ਇੱਕ ਮਾਤਾ ਤੇ ਇੱਕ ਪਿਤਾ ਹੈ। ਜੇ ਕਿਤੇ ਮਾਤਾ ਝਿੜਕਦੀ ਏ ਤੇ ਬੱਚਾ ਪਿਤਾ ਦੇ ਵੱਲ ਭੱਜਦਾ, ਜੇ ਕਿਤੇ ਪਿਤਾ ਝਿੜਕੇ ਤੇ ਮਾਤਾ ਦੇ ਵੱਲ ਭੱਜਦਾ। ਅੱਜ ਸੱਚ ਜਾਣਿਓ, ਭਾਈ ਜੇਠਾ ਜੀ ਦੇ ਕੋਲੋਂ ਇਹ ਦੋਨੋਂ ਅਵਸਥਾ ਜਿਹੜੀਆਂ ਨੇ ਉਹ 7 ਸਾਲ ਦੀ ਉਮਰ ਦੇ ਵਿੱਚ ਖਤਮ ਹੋ ਗਈਆਂ। ਸਮਾਂ ਆਇਆ, ਆਪਣੇ ਹੱਥਾਂ ਦੇ ਨਾਲ ਅੰਤਮ ਸੰਸਕਾਰ ਕੀਤਾ ਪਿਤਾ ਹਰਦਾਸ ਜੀ ਦਾ। ਸਮੇਂ ਦੇ ਮੁਤਾਬਕ ਕਿਰਿਆ ਕਰਮ ਹੋਏ। ਨਾਨੀ ਮਾਂ ਬਾਸਲ ਕੇ ਗਿੱਲਾ ਨਗਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਉਸ ਵੇਲੇ ਉਹ ਘਰ ਦੇ ਵਿੱਚ ਆਏ। ਜਿੰਨੇ ਸਾਕ ਸੰਬੰਧੀ ਆਏ ਸਨ, ਕੁਝ ਦਿਨ ਘਰ ਦੇ ਵਿੱਚ ਰਹੇ, ਸਾਰੇ ਆਪਣੇ ਆਪਣੇ ਘਰ ਨੂੰ ਪਰਤ ਗਏ। ਘਰ ਦੇ ਵਿੱਚ ਹੁਣ ਕੇਵਲ ਦੋਨੋਂ ਜਣੇ ਰਹਿ ਗਏ ਨੇ, ਇੱਕ ਬਜ਼ੁਰਗ ਨਾਨੀ ਮਾਂ ਤੇ ਇੱਕ ਬਚਪਨ ਦੀ ਅਵਸਥਾ ਦੇ ਵਿੱਚ ਭਾਈ ਜੇਠਾ ਜੀ। ਕਦੇ ਵਿਚਾਰ ਕੇ ਦੇਖਿਓ, ਇਹਨਾਂ ਦੋਨਾਂ ਅਵਸਥਾ ਦੇ ਵਾਸਤੇ ਘਰ ਦੇ ਵਿੱਚ ਇੱਕ ਉਹ ਮਨੁੱਖ ਹੋਣਾ ਚਾਹੀਦਾ ਹੈ ਜਿਹੜਾ ਬੁਢੇਪੇ ਦੇ ਵਿੱਚ ਬਜ਼ੁਰਗਾਂ ਨੂੰ ਵੀ ਸੰਭਾਲ ਸਕੇ ਤੇ ਬਚਪਨ ਦੇ ਵਿੱਚ ਬੱਚਿਆਂ ਨੂੰ ਵੀ ਸੰਭਾਲ ਸਕੇ। ਹੁਣ ਦੂਜਾ ਕੋਈ ਆਸਰਾ ਨਹੀਂ ਲਿਆ। ਮਾਂ ਜਿਹੜੀ ਹੈ, ਨਾਨੀ ਮਾਂ ਜਿਹੜੀ ਹੈ, ਉਹ ਵੀ ਇੱਕ ਬਜ਼ੁਰਗ ਅਵਸਥਾ ਦੇ ਵਿੱਚ ਏਦਾਂ ਕਹਿ ਲਈਏ ਕਿ ਨਦੀ ਕਿਨਾਰੇ ਰੁਖੜੇ ਵਾਲੀ ਗੱਲ ਹੈ, ਬਜ਼ੁਰਗ ਅਵਸਥਾ ਹੈ। ਕੁਝ ਦਿਨ ਬਤੀਤ ਕੀਤੇ। ਭਾਈ ਜੇਠਾ ਜੀ ਨੂੰ ਇੱਕ ਦਿਨ ਆਵਾਜ਼ ਮਾਰੀ ਨਾਨੀ ਮਾਂ ਨੇ, ਕਹਿਣ ਲੱਗੀ, ਜੇਠਿਆ ਆ ਜਿੰਨੇ ਕੁ ਤੇਰੇ ਕੋਲ ਕੱਪੜੇ ਨੇ ਨਾ, ਇਹਨਾਂ ਕੱਪੜਿਆਂ ਨੂੰ ਇੱਕ ਝੋਲੇ ਵਿੱਚ ਪਾ ਲੈ, ਆਪਾਂ ਇੱਥੋਂ ਚਲੇ ਜਾਣਾ ਹੈ। ਨਾਨੀ ਮਾਂ, ਆਪਾਂ ਕਿੱਥੇ ਜਾਣਾ ਹੈ? ਇਹ ਸਾਡਾ ਘਰ ਹੈ, ਆਪਾਂ ਇਸੇ ਸਥਾਨ ਤੇ ਰਵਾਂਗੇ। ਨਾਨੀ ਮਾਂ ਦੀਆਂ ਭੁੱਬਾਂ ਨਿਕਲੀਆਂ, ਕਹਿਣ ਲੱਗੀ, ਪੁੱਤ ਵੇ ਮੈਂ ਅੱਜ 10-12 ਦਿਨ ਤੱਕ ਉਡੀਕ ਕੀਤੀ ਏ। ਤੇਰੇ ਰਿਸ਼ਤੇਦਾਰੀਆਂ ਦੇ ਵਿੱਚੋਂ, ਤੇਰੇ ਸਕਿਆਂ ਸੰਬੰਧੀਆਂ ਦੇ ਵਿੱਚੋਂ ਤੇਰਾ ਕੋਈ ਚਾਚਾ ਤਾਇਆ ਆਏਗਾ, ਤੇਰੀ ਕੋਈ ਚਾਚੀ ਤਾਈ ਆਵੇਗੀ, ਤੇਰੀ ਕੋਈ ਭੂਆ ਫੁੱਫਾ ਆਏਗਾ, ਆ ਕੇ ਤੇਰੀ ਬਾਂਹ ਫੜੇਗਾ। ਕੋਈ ਨਗਰ ਦੇ ਵਿੱਚੋਂ ਐਸਾ ਮਨੁੱਖ ਆਵੇਗਾ, ਆ ਕੇ ਤੇਰੀ ਬਾਂਹ ਫੜੇਗਾ ਕਿ ਜਿੱਥੇ ਮੇਰੇ ਬੱਚੇ ਪਲਦੇ ਨੇ ਉੱਥੇ ਜੇਠਾ ਵੀ ਪਲੇਗਾ, ਜਿੱਥੇ ਮੇਰੇ ਬੱਚੇ ਪ੍ਰਸ਼ਾਦਾ ਛਕਦੇ ਨੇ ਉੱਥੇ 2 ਪ੍ਰਸ਼ਾਦੇ ਜੇਠਾ ਵੀ ਛਕ ਲਏਗਾ। ਪਰ ਪੁੱਤ ਵੇ, ਤੈਨੂੰ ਲੈਣ ਕੋਈ ਨਹੀਂ ਆਇਆ, ਤੈਨੂੰ ਲੈਣ ਕੋਈ ਨਹੀਂ ਆਇਆ। ਅੱਜ ਆਪਾਂ ਇੱਥੋਂ ਚਲੇ ਜਾਣਾ। ਜਿੰਨੇ ਕੁ ਤੇਰੇ ਕੱਪੜੇ ਨੇ ਇਹਨਾਂ ਨੂੰ ਇੱਕ ਝੋਲੇ ਦੇ ਵਿੱਚ ਪਾ, ਆਪਾਂ ਇੱਥੋਂ ਚਲੇ ਜਾਣਾ। ਮਾਂ ਦਾ ਹੁਕਮ ਮੰਨਿਆ। ਜਿੰਨੇ ਕੁ ਕੱਪੜੇ ਸਨ ਝੋਲੇ ਵਿੱਚ ਪਾਏ। ਅੱਜ ਦਰਵਾਜ਼ਾ ਜਦੋਂ ਘਰ ਦਾ ਬੰਦ ਕੀਤਾ, ਮਾਂ ਦੇ ਨਾਲ ਇੱਕ ਬਚਨ ਕੀਤਾ, ਮਾਂ ਇਹ ਦਰਵਾਜ਼ਾ ਜੋ ਅੱਜ ਬੰਦ ਹੋ ਗਿਆ ਹੈ, ਇਹ ਦਰਵਾਜ਼ਾ ਖੁੱਲੇਗਾ ਕਦੋਂ? ਮਾਂ ਨੇ ਗਲ ਵਕੜੀ ਵਿੱਚ ਲਿਆ, ਅੱਖਾਂ ਦੇ ਵਿੱਚੋਂ ਹੰਝੂ ਵਹਿ, ਕਹਿਣ ਲੱਗੀ, ਪੁੱਤ ਵੇ ਇਹ ਦਰਵਾਜ਼ਾ ਹੁਣ ਜਿਹੜੇ
रब ने बंद किया, हुण वो ही जानता है कि ये दरवाजा खुलना कदों है, असी इत्थों चले जाना है। माँ भाई जेठा जी नूं लैके पिंड बासर के गिल्लां दे विच पहुँचते ने। किहड़ी अवस्था जिहड़ी है उहदे विचों भाई जेठा जी गुजर के अगली अवस्था प्राप्त करते हैं। ये सारे का सारा जीवन इतिहास जिहड़ा है अगले समय दे विच साझ पाउण दा यतन करांगे जी। बेनती करां, भावें असीं लख वारी गुरु साहब जी का अवतार पुरब मना रहे हैं, पर सतगुरां दे पावन जीवन दीयां विचारां अवस्था ऐसी है जीवन दे विच, ना ही तो उन्होंने बयान किया जा सकता है ते ना ही उन्होंने कदे सुनिया जा सकता है। क्योंकि जिन्होंने अज असी बाणी के अंदर भी सोढ़े पातशाह गुरु रामदास पिता जिन्हों के चरणों में अज लखां करोड़ों की गिनती में आके लोग नमस्कारा करते हैं, वो पातशाह का जिहड़ा अरबता का जीवन है वो इन्ना तरसयोग है कि उन्होंने विचारना मुश्किल हो जाता है। सतगुरु जी कृपा रहमत बख्शिश करन, आप सारे जने इदा मिल के प्यार सहित सतगुरां दे पावन जीवन नूं विचार सकीए। होइयां बेअंत भुलां तो खिमा बख्शनी जी। आईयां होइयां संगतां दा तहे दिलों धन्नवाद। वाहिगुरू जी का खालसा, वाहिगुरू जी की फतेह। रामकली महला तीजा, आनंद एक ओंकार सतगुर प्रसाद। आनंद पिया मेरी माए, सतगुरु मैं पाया, सतगुर ता पाया। राग रतन परवार परियां, शब्द गावण आईयां, शब्दो तंगावो हरि केरा। कह नानक आनंद हुआ, सतगुरु मैं पाया। ए मन मेरे तू सदा रहो, हर नाल रहो तू मन मेरे। दुख सब विसारना, अंगीकारो करे तेरा। सबना गल्ला समरथ स्वामी, सो क्यों मनो विसारे। कह नानक मन मेरे, साचे साहिबा क्या नहीं करते रह। करता तेरे सब किश है, सदा सिफत सलाह तेरी। नाम मन वसावे, नाम जिनकै मन वसिया। कह नानक सच्चे साहिब क्या नहीं करती रह। सचा नाम मेरा आधारू, सच नाम कर शांत सुख मन आए वसिया। जिन इच्छा सब पुजाइयां, सदा कुर्बान कीता गुरु विटों जिस दियां। कह नानक सुनो संतो शब्द तरो प्यारो। सचा नाम मेरा आधारो वाजे। पंचदूत तुद वस कीते, काल कंटक मारिया। तुर कर्म पाया तुद जिनको से नाम। कह नानक ता सुख हुआ, तित कर अनहद वाजे। आनंद सुनो बड़ भागियो, पार ब्रह्म प्रभ पाया। उतरे सगल बेसूरे, दुख रोग संत साजन भय सरसे। पूरे गुर ते जानी, सुनते पुनीत कहते पवित्र। बिनवंत नानक गुर चरण लागे, वाजे अनहद तूरे। सुनते पुनीत कहते सतगुर भरपूरे। बिनवंत वाजे अनहद तू